परम सन्मानियो गुरु रूप गुरु खालसा साध संगत जी। वाहिगुरु जी का खालसा वाहिगुरु जी की फतेह। ਅਵਤਾਰੀ ਪੁਰਸ਼ਾਂ ਦਾ ਜ਼ਿਆਦਾ ਸੰਬੰਧ ਰੂਹਾਨੀ ਤਾਕਤ ਨਾਲ ਹੀ ਹੁੰਦਾ ਹੈ। ਜਿਵੇਂ ਤ੍ਰੇਤੇ ਯੁੱਗ ਵਿੱਚ ਸ਼੍ਰੀ ਰਾਮਚੰਦਰ ਜੀ ਨੇ ਬਚਪਨ ਵਿੱਚ ਹੀ ਆਪਣੇ ਮਾਤਾ ਕੁਸ਼ਲਿਆ ਨੂੰ ਦੇਵੀ ਮੰਦਰ ਵਿੱਚ ਦੇਵੀ ਦੀ ਥਾਂ ਆਪਣਾ ਰੂਪ ਦਿਖਾ ਕੇ ਚਮਤਕਾਰ ਦਿਖਾਇਆ ਸੀ। ਦੁਆਪਰ ਯੁੱਗ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਮਾਤਾ ਯਸ਼ੋਦਾ ਜੀ ਨੂੰ ਮਿੱਟੀ ਖਾਣ ਦੇ ਬਹਾਨੇ ਆਪਣਾ ਮੂੰਹ ਖੋਲ੍ਹ ਕੇ ਉਸ ਵਿੱਚ ਸਾਰੀ ਸ੍ਰਿਸ਼ਟੀ ਵੈਰਾਟ ਰੂਪ ਵਿੱਚ ਦਿਖਾ ਦਿੱਤੀ ਸੀ। ਇਸੇ ਤਰ੍ਹਾਂ ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ 1469 ਈਸਵੀ ਕੱਤਕ ਦੀ ਪੂਰਨਮਾਸ਼ੀ ਨੂੰ ਰਾਏ ਭੋਜ ਦੀ ਤਲਵੰਡੀ ਸ਼੍ਰੀ ਨਨਕਾਣਾ ਸਾਹਿਬ ਵਿੱਚ ਅਵਤਾਰ ਧਾਰਿਆ ਤਾਂ ਉਸ ਵੇਲੇ ਮਾਤਾ ਤ੍ਰਿਪਤਾ ਜੀ ਨੂੰ ਆਪਣੀ ਸ਼ਕਤੀ ਦਾ ਚਮਤਕਾਰ ਦਿਖਾਇਆ ਸੀ। ਅੰਮ੍ਰਿਤ ਵੇਲੇ ਦਾ ਸਮਾਂ ਸੀ। ਸਤਿਗੁਰੂ ਜੀ ਪਲੰਘ ਉੱਪਰ ਬਿਰਾਜਮਾਨ ਸਨ। ਉਸ ਵਕਤ ਦੇਵਤੇ ਗੁਰੂ ਜੀ ਦੀ ਪੂਜਾ ਕਰਨ ਲਈ ਆਏ। ਦੇਵਤਿਆਂ ਨੇ ਗੁਰੂ ਜੀ ਉੱਤੇ ਚੰਦਨ ਛਿੜਕਿਆ, ਫੁੱਲਾਂ ਦੀ ਵਰਖਾ ਕੀਤੀ, ਮਾਲਾ ਪਹਿਨਾਈ ਤੇ ਸਤਿਗੁਰਾਂ ਦਾ ਗੁਣ ਗਾਇਨ ਕਰਦਿਆਂ ਬੇਨਤੀਆਂ ਕੀਤੀਆਂ ਕਿ ਹੇ ਸੱਚੇ ਪਾਤਸ਼ਾਹ ਸਤਿਗੁਰੂ ਜੀ, ਆਪ ਨਿਰੰਕਾਰ ਹੀ ਨਿਰਾਕਾਰ ਤੋਂ ਸਰਗੁਣ ਸਰੂਪ ਵਿੱਚ ਦੁਨੀਆ ਦੇ ਉਧਾਰ ਲਈ ਆਏ ਹੋ, ਸਾਡਾ ਵੀ ਉਧਾਰ ਕਰੋ। ਜਦੋਂ ਇਹ ਸਭ ਕੁਝ ਵਾਪਰ ਰਿਹਾ ਸੀ ਤਾਂ ਮਾਤਾ ਤ੍ਰਿਪਤਾ ਜੀ ਦੀ ਜਾਗ ਖੁੱਲ੍ਹ ਗਈ। ਉਸੇ ਹੀ ਸਮੇਂ ਦੇਵਤੇ ਤਾਂ ਅਲੋਪ ਹੋ ਗਏ, ਪਰ ਮਾਤਾ ਜੀ ਨੇ ਪੁੱਤਰ ਨੂੰ ਦੇਖਿਆ ਕਿ ਸਤਿਗੁਰੂ ਜੀ ਦੇ ਸਰੀਰ ਉੱਪਰ ਕੇਸਰ ਤੇ ਚੰਦਨ ਛਿੜਕਿਆ ਹੋਇਆ ਹੈ। ਸਾਰੇ ਕਮਰੇ ਵਿੱਚ ਸੁਗੰਧੀਆਂ ਆ ਰਹੀਆਂ ਸਨ। ਇਹ ਦੇਖ ਕੇ ਮਾਤਾ ਜੀ ਨੂੰ ਸਤਿਗੁਰੂ ਜੀ ਦੇ ਉੱਪਰ ਬੜੀ ਸ਼ਰਧਾ ਹੋ ਗਈ, ਪਰ ਕੌਤਕ ਕਰਨ ਲਈ ਗੁਰੂ ਜੀ ਨੇ ਸਧਾਰਨ ਬਾਲ ਵਾਂਗ ਮਾਤਾ ਜੀ ਤੋਂ ਦੁੱਧ ਮੰਗਿਆ। ਮਾਤਾ ਜੀ ਦੇ ਮਨ ਉੱਪਰ ਮੋਹ ਦਾ ਪਰਦਾ ਪਾ ਦਿੱਤਾ। ਮਾਤਾ ਜੀ ਨੂੰ ਇਸ ਸਭ ਕੁਝ ਦਾ ਗਿਆਨ ਭੁੱਲ ਗਿਆ। ਇਹ ਸਤਿਗੁਰੂ ਜੀ ਦੀ ਰੂਹਾਨੀ ਤਾਕਤ ਸੀ। ਸਤਿਗੁਰੂ ਜੀ ਦੀ ਸ਼ਕਤੀ ਦਾ ਨਿਰਣਾ ਕਰਨ ਲਈ ਆਪਾਂ ਸਤਿਗੁਰੂ ਜੀ ਦੀਆਂ ਸਾਖੀਆਂ ਸੁਣੀਆਂ ਹਨ, ਜਿਵੇਂ ਕਿ ਸੱਪ ਨੇ ਛਾਂ ਕਰਨੀ, ਦਰਖਤਾਂ ਦੀ ਛਾਂ ਟਿਕੀ ਰਹਿਣੀ, ਡੰਗਰਾਂ ਦੀ ਖਾਧੀ ਹੋਈ ਫਸਲ ਹਰੀ ਕਰਨੀ, ਮੱਕਾ ਫੇਰਨਾ, ਮਦੀਨੇ ਵਿੱਚ ਮੁਹੰਮਦ ਸਾਹਿਬ ਜੀ ਦੀ ਕਬਰ ਨੇ ਝੁੱਕ ਕੇ ਗੁਰੂ ਜੀ ਨੂੰ ਸਲਾਮ ਕਰਨੀ, ਰੀਠੇ ਮਿੱਠੇ ਕਰਨੇ, ਪੱਥਰ ਨੂੰ ਪੰਜਾ ਲਾਉਣਾ, ਨਦੀਆਂ ਪਹਾੜਾਂ ਨੇ ਗੁਰੂ ਜੀ ਨੂੰ ਰਸਤੇ ਦੇਣੇ, ਸਮੁੰਦਰ ਉੱਪਰ ਧਰਤੀ ਵਾਂਗ ਤੁਰਨਾ, ਬਗਦਾਦ ਵਿੱਚ ਲੱਖਾਂ ਪਤਾਲਾਂ ਤੇ ਲੱਖਾਂ ਆਕਾਸ਼ ਦਿਖਾਉਣੇ, ਤਪਦੇ ਕੜਾਹੇ ਠਾਰਨੇ। ਇਸ ਤਰ੍ਹਾਂ ਸਾਰਾ ਗੁਰ ਇਤਿਹਾਸ ਗੁਰੂ ਜੀ ਦੇ ਅਲੌਕਿਕ ਕੌਤਕਾਂ ਨਾਲ ਭਰਿਆ ਪਿਆ ਹੈ। ਇਸ ਵਿੱਚ ਵਿਸ਼ੇਸ਼ ਗੱਲ ਇਹ ਹੈ ਕਿ ਸਤਿਗੁਰੂ ਜੀ ਨੇ ਆਪਣੀ ਰੂਹਾਨੀ ਤਾਕਤ ਲੋਕਾਈ ਦੇ ਪਰਉਪਕਾਰ ਲਈ ਦਿਖਾਈ, ਨਾ ਕਿ ਦੂਜੇ ਅਵਤਾਰਾਂ ਵਾਂਗੂ ਆਪਣੇ ਮਾਣ ਦੀ ਪ੍ਰਾਪਤੀ ਲਈ। ਸਤਿਗੁਰੂ ਨਾਨਕ ਦੇਵ ਜੀ ਦੀ ਰੂਹਾਨੀ ਸ਼ਕਤੀ ਹੋਰ ਅਵਤਾਰਾਂ ਨਾਲੋਂ ਬਹੁਤ ਜ਼ਿਆਦਾ ਨਜ਼ਰ ਆਉਂਦੀ ਹੈ। ਗੁਰੂ ਜੀ ਬੇਅੰਤ ਸ਼ਕਤੀਆਂ ਦੇ ਮਾਲਕ ਸਨ। ਜਿਸ ਤਰ੍ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪ੍ਰਮਾਣ ਹੈ, ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, 16 ਕਲਾ ਸੰਪੂਰਨ ਫਲਿਆ, ਅਨੰਤ ਕਲਾ ਹੋਏ ਠਾਕੁਰ ਚੜਿਆ। ਵੈਸੇ 6 ਪ੍ਰਕਾਰ ਦੇ ਅਵਤਾਰ ਗਿਣੇ ਗਏ ਹਨ। ਪਹਿਲੇ ਹਨ ਅੰਸਾ ਅਵਤਾਰ, ਦੂਜੇ ਹਨ ਆਵੇਸ਼ਾ ਅਵਤਾਰ, ਤੀਸਰੇ ਹਨ ਕਲਾ ਅਵਤਾਰ, ਚੌਥੇ ਹਨ ਨਿਤ ਅਵਤਾਰ, ਪੰਜਵੇਂ ਹਨ ਨਮਿਤ ਅਵਤਾਰ ਤੇ 6ਵੇਂ ਹਨ ਪੂਰਨ ਅਵਤਾਰ। ਅੰਸਾ ਅਵਤਾਰ ਉਸ ਨੂੰ ਕਹਿੰਦੇ ਹਨ ਜਿਸ ਵਿੱਚ ਈਸ਼ਵਰ ਦੀ ਹਕੂਮਤ ਵਾਲੀ ਅੰਸ਼ ਹੋਵੇ। ਰਾਜਾ ਮਨੂ ਤੇ ਰਾਜਾ ਪ੍ਰਿਥੂ ਆਦਿ ਅੰਸਾ ਅਵਤਾਰ ਮੰਨੇ ਗਏ ਹਨ। ਭਗਵਾਨ ਕ੍ਰਿਸ਼ਨ ਜੀ ਨੇ ਗੀਤਾ ਵਿੱਚ ਇਹ ਗੱਲ ਆਖੀ ਹੈ ਕਿ ਹੇ ਅਰਜਨ, ਮਨੁੱਖਾਂ ਵਿੱਚ ਮੈਂ ਰਾਜਾ ਰੂਪ ਹੋ ਕੇ ਰਹਿੰਦਾ ਹਾਂ। ਆਵੇਸ਼ਾ ਅਵਤਾਰ ਉਹ ਹੁੰਦੇ ਹਨ ਜਿਸ ਵਿੱਚ ਪਹਿਲਾਂ ਕੋਈ ਸ਼ਕਤੀ ਨਾ ਹੋਵੇ, ਜਪ ਤਪ ਆਦਿ ਕਮਾਈ ਕਰਨ ਨਾਲ ਸ਼ਕਤੀ ਦਾ ਪ੍ਰਵੇਸ਼ ਹੋ ਜਾਏ, ਉਸ ਨੂੰ ਆਵੇਸ਼ਾ ਅਵਤਾਰ ਕਹਿੰਦੇ ਹਨ। ਜਿਵੇਂ ਵਿਸ਼ਨੂੰ ਜੀ ਦੇ ਅਵਤਾਰ ਪਰਸ਼ੁਰਾਮ ਜੀ ਹੋਏ ਹਨ। ਇਹਨਾਂ ਵਿੱਚ ਪਹਿਲਾਂ ਕੋਈ ਸ਼ਕਤੀ ਨਹੀਂ ਸੀ, ਪਰ ਜਪ ਤਪ ਕਰਨ ਨਾਲ ਸ਼ਕਤੀ ਪ੍ਰਵੇਸ਼ ਕਰ ਗਈ। ਤੀਸਰੇ ਹਨ ਕਲਾ ਅਵਤਾਰ। ਕਲਾ ਅਵਤਾਰ ਉਸ ਨੂੰ ਕਹਿੰਦੇ ਹਨ ਜਿਸ ਵਿੱਚ ਸ੍ਰਿਸ਼ਟੀ ਦਾ ਭਲਾ ਕਰਨ ਲਈ ਕੁਝ ਸ਼ਕਤੀਆਂ ਹੋਣ,
ਜਿਸ ਤਰ੍ਹਾਂ ਮੱਛ ਤੇ ਕੱਛ ਵਿਸ਼ਨੂੰ ਜੀ ਦੇ ਅਵਤਾਰ ਹੋਏ ਹਨ। ਇਹਨਾਂ ਦੋਵਾਂ ਵਿੱਚ ਦੋ ਦੋ ਸ਼ਕਤੀਆਂ ਸਨ। ਭਗਵਾਨ ਵਿਸ਼ਨੂੰ ਜੀ ਨੇ ਮੱਛ ਅਵਤਾਰ ਧਾਰ ਕੇ ਸੰਖਾਸੁਰ ਦੈਂਤ ਨੂੰ ਮਾਰਿਆ ਸੀ ਤੇ ਵੇਦਾਂ ਦਾ ਉਧਾਰ ਕੀਤਾ ਸੀ। ਜਿੱਥੇ ਵਿਸ਼ਨੂੰ ਜੀ ਨੇ ਮੱਛ ਅਵਤਾਰ ਧਾਰਿਆ ਸੀ, ਉੱਥੇ ਅਰਬ ਸਾਗਰ ਵਿੱਚ ਛੋਟੇ ਜਿਹੇ ਟਾਪੂ ਬੇਟ ਦੁਆਰਕਾ ਵਿੱਚ ਅੱਜ ਵੀ ਸੰਖ ਸਰੋਵਰ ਨਾਂ ਦਾ ਤੀਰਥ ਮੌਜੂਦ ਹੈ। ਸਮੁੰਦਰ ਮੰਥਨ ਸਮੇਂ ਵਿੰਧਿਆਚਲ ਪਰਬਤ ਨੂੰ ਟਿਕਾਉਣ ਲਈ ਵਿਸ਼ਨੂੰ ਜੀ ਨੇ ਕੱਛ ਅਵਤਾਰ ਧਾਰਨ ਕੀਤਾ ਸੀ। ਆਮ ਲੋਕਾਂ ਨਾਲੋਂ ਅਵਤਾਰਾਂ ਵਿੱਚ ਜੋ ਵਿਸ਼ੇਸ਼ਤਾਵਾਂ ਮੰਨੀਆਂ ਜਾਂਦੀਆਂ ਹਨ, ਉਹਨਾਂ ਨੂੰ ਕਲਾ ਕਹਿੰਦੇ ਹਨ। ਚੌਥੇ ਆਉਂਦੇ ਹਨ ਨਿਤ ਅਵਤਾਰ। ਪਰਮਾਤਮਾ ਦੀ ਚਲਾਈ ਮਰਿਆਦਾ ਨੂੰ ਬਰਕਰਾਰ ਰੱਖਣ ਲਈ ਜੋ ਸਮੇਂ-ਸਮੇਂ ਸਿਰ ਸੰਤ ਜਨ ਆਉਂਦੇ ਹਨ, ਉਹ ਪ੍ਰਭੂ ਦੇ ਨਿਤ ਅਵਤਾਰ ਕਹਾਉਂਦੇ ਹਨ। ਜਿਸ ਤਰ੍ਹਾਂ ਕਿ ਸਾਧ ਰੂਪ ਆਪਣਾ ਤਨ ਧਾਰਿਆ। ਪੰਜਵੇਂ ਆਉਂਦੇ ਹਨ ਨਮਿਤ ਅਵਤਾਰ। ਜਦੋਂ ਪ੍ਰਭੂ ਜੀ ਕਿਸੇ ਖਾਸ ਕਾਰਜ ਹਿੱਤ ਸਰੀਰ ਧਾਰਨ ਕਰਦੇ ਹਨ ਤੇ ਉਸ ਕਾਰਜ ਨੂੰ ਸਮਾਪਤ ਕਰਕੇ ਫਿਰ ਅਲੋਪ ਹੋ ਜਾਂਦੇ ਹਨ, ਉਸ ਨੂੰ ਨਮਿਤ ਅਵਤਾਰ ਕਹਿੰਦੇ ਹਨ। ਜਿਵੇਂ ਭਗਤ ਪ੍ਰਹਿਲਾਦ ਜੀ ਦੀ ਰੱਖਿਆ ਕਰਨ ਲਈ ਨਰਸਿੰਘ ਤੇ ਬਲਰਾਜ ਨੂੰ ਛੱਲਣ ਲਈ 52 ਅਵਤਾਰ ਧਾਰਨ ਕੀਤੇ ਸਨ। ਤੇ ਛੇਵੇਂ ਆਉਂਦੇ ਹਨ ਪੂਰਨ ਅਵਤਾਰ। ਵਿਸ਼ਨੂੰ ਜੀ ਦੇ 24 ਅਵਤਾਰਾਂ ਵਿੱਚੋਂ ਸ਼੍ਰੀ ਰਾਮਚੰਦਰ ਜੀ ਤੇ ਸ਼੍ਰੀ ਕ੍ਰਿਸ਼ਨ ਜੀ ਦੋਵੇਂ ਪੂਰਨ ਅਵਤਾਰ ਮੰਨੇ ਗਏ ਹਨ। ਸ਼੍ਰੀ ਰਾਮਚੰਦਰ ਜੀ ਵਿੱਚ 14 ਕਲਾਂ ਤੇ ਸ਼੍ਰੀ ਕ੍ਰਿਸ਼ਨ ਜੀ ਵਿੱਚ 16 ਕਲਾਂ ਸਨ, ਜਾਂ ਕਹਿ ਲਓ 16 ਸ਼ਕਤੀਆਂ ਸਨ। ਜਿਸ ਤਰ੍ਹਾਂ ਕਿ ਗੁਰਬਾਣੀ ਵਿੱਚ ਫਰਮਾਨ ਹੈ, 16 ਹੈ ਕਲਾ ਸੰਪੂਰਨ ਫਲਿਆ। 16 ਕਲਾਂ ਵਿੱਚ ਆਉਂਦੇ ਹਨ ਗਿਆਨ, ਧਿਆਨ, ਪ੍ਰੇਮ, ਜਤ, ਸੰਜਮ, ਧਰਮ, ਦਾਨ, ਵਿਦਿਆ, ਭਜਨ, ਸੁਕਰਮ, ਹਠ, ਸੁੱਧ ਬੁੱਧ, ਦਇਆ, ਅਧਿਆਤਮਤਾ, ਨੇਮ ਤੇ ਚਤੁਰਤਾ। ਸ਼੍ਰੀ ਗੁਰੂ ਨਾਨਕ ਦੇਵ ਜੀ ਵਿੱਚ ਇਹਨਾਂ 6 ਅਵਤਾਰਾਂ ਨਾਲੋਂ ਵੱਖਰੀ ਵਿਸ਼ੇਸ਼ਤਾ ਹੈ। ਜਿਹੜੀ ਸ਼ਕਤੀ ਹੁੰਦੀ ਹੈ, ਇਸ ਦਾ ਭਾਵ ਹੁੰਦਾ ਹੈ ਤਾਕਤ। ਇਹ 3 ਪ੍ਰਕਾਰ ਦੀ ਹੁੰਦੀ ਹੈ। ਇੱਕ ਜਿਸਮਾਨੀ ਸ਼ਕਤੀ ਹੁੰਦੀ ਹੈ, ਜਿਸ ਦੇ ਵਾਸਤੇ ਚੰਗੀ ਖੁਰਾਕ ਤੇ ਕਸਰਤ ਦੀ ਜ਼ਰੂਰਤ ਹੈ। ਇੱਕ ਹੁੰਦੀ ਹੈ ਦਿਮਾਗੀ ਤਾਕਤ। ਇਹ ਤਾਕਤ ਵਿੱਦਿਆ ਪੜ੍ਹਨ ਨਾਲ ਜਾਂ ਗਿਆਨ ਹਾਸਲ ਕਰਨ ਨਾਲ ਵੱਧਦੀ ਹੈ। ਇਸੇ ਤਾਕਤ ਦੇ ਸਦਕਾ ਹੀ ਅੱਜ ਮਨੁੱਖ ਚੰਦਰਮਾ ਤੇ ਤਾਰਿਆਂ ਤੱਕ ਪਹੁੰਚ ਚੁੱਕਾ ਹੈ। ਤੇ ਇੱਕ ਹੁੰਦੀ ਹੈ ਰੂਹਾਨੀ ਤਾਕਤ। ਅਵਤਾਰੀ ਪੁਰਸ਼ਾਂ ਦਾ ਜ਼ਿਆਦਾ ਸੰਬੰਧ ਰੂਹਾਨੀ ਤਾਕਤ ਨਾਲ ਹੀ ਹੁੰਦਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਸਰੀਰ ਰੂਪ ਕਰਕੇ ਬਾਕੀ ਅਵਤਾਰਾਂ ਨਾਲੋਂ ਵਿਸ਼ੇਸ਼ ਹਨ। ਸ਼੍ਰੀ ਰਾਮਚੰਦਰ ਜੀ ਤੇ ਸ਼੍ਰੀ ਕ੍ਰਿਸ਼ਨ ਜੀ ਦੇ ਸਾਰੀ ਉਮਰ ਦਾੜਾ ਨਹੀਂ ਆਇਆ। ਸਤਿਗੁਰੂ ਨਾਨਕ ਦੇਵ ਜੀ ਦੇ ਭਗਤਾਂ ਦੇ ਧਿਆਨ ਵਾਸਤੇ ਬੜਾ ਸੁੰਦਰ ਦਾੜਾ ਆਉਣਾ ਇੱਕ ਵਿਅਕਤੀਗਤ ਅਧਿਕਤਾਈ ਹੈ। ਜਦੋਂ ਸ਼੍ਰੀ ਰਾਮਚੰਦਰ ਜੀ ਆਪਣੇ ਵਿਆਹ ਸਮੇਂ ਜਨਕਪੁਰੀ ਗਏ ਤਾਂ ਉੱਥੋਂ ਦੀਆਂ ਸਾਰੀਆਂ ਰਾਜ ਕੰਨਿਆਵਾਂ ਉਹਨਾਂ ਦੇ ਸਰੂਪ ਨੂੰ ਦੇਖ ਕੇ ਮੋਹਿਤ ਹੋ ਗਈਆਂ। ਤਾਂ ਜਦੋਂ ਉਹਨਾਂ ਸਾਰੀਆਂ ਨੇ ਸ਼੍ਰੀ ਰਾਮਚੰਦਰ ਜੀ ਨਾਲ ਵਿਆਹ ਕਰਾਉਣ ਦੀ ਇੱਛਾ ਜ਼ਾਹਰ ਕੀਤੀ ਤਾਂ ਸ਼੍ਰੀ ਰਾਮਚੰਦਰ ਜੀ ਨੇ ਕਿਹਾ ਕਿ ਮੈਂ ਤੁਹਾਨੂੰ ਦੁਆਪਰ ਯੁੱਗ ਵਿੱਚ ਵਿਆਹ ਕੇ ਲਿਆਵਾਂਗਾ। ਦੁਆਪਰ ਯੁੱਗ ਵਿੱਚ ਰਾਮਚੰਦਰ ਜੀ ਸ਼੍ਰੀ ਕ੍ਰਿਸ਼ਨ ਜੀ ਬਣੇ ਤੇ ਉਹ ਰਾਜਕੁਮਾਰੀਆਂ ਗੋਪੀਆਂ ਬਣੀਆਂ। ਭਗਵਾਨ ਨੇ ਉਹਨਾਂ ਨਾਲ ਵਿਆਹ ਕਰਵਾਇਆ। ਭਾਵ ਸ਼੍ਰੀ ਰਾਮਚੰਦਰ ਜੀ ਦੇ ਸੁੰਦਰ ਸਰੂਪ ਨੂੰ ਦੇਖ ਕੇ ਰਾਜ ਕੰਨਿਆਵਾਂ ਦੇ ਮਨਾਂ ਵਿੱਚ ਕਾਮ ਵਾਸ਼ਨਾ ਪੈਦਾ ਹੋਈ। ਤਾਂ ਸ਼੍ਰੀ ਰਾਮਚੰਦਰ ਜੀ ਉਹਨਾਂ ਦੀ ਕਾਮ ਵਾਸ਼ਨਾ ਨੂੰ ਮਾਰ ਨਾ ਸਕੇ, ਸਗੋਂ ਦੁਆਪਰ ਯੁੱਗ ਵਿੱਚ ਸ਼੍ਰੀ ਕ੍ਰਿਸ਼ਨ ਰੂਪ ਹੋ ਕੇ ਵਿਆਹ ਕਰਵਾ ਕੇ ਵਾਸ਼ਨਾ ਪੂਰੀ ਕੀਤੀ। ਦੂਜੇ ਪਾਸੇ ਸ਼੍ਰੀ ਗੁਰੂ ਨਾਨਕ ਦੇਵ ਜੀ ਜਦੋਂ ਸੰਗਲਾਦੀਪ ਗਏ ਤਾਂ ਉੱਥੋਂ ਦੀਆਂ ਪਦਮਨੀਆਂ ਨੇ ਰਾਜੇ ਸ਼ਿਵਨਾਭ ਦੇ ਹੁਕਮ ਅਨੁਸਾਰ ਜਦੋਂ ਸਤਿਗੁਰਾਂ ਨੂੰ ਮੋਹਣਾ ਚਾਹਿਆ ਤਾਂ ਉਸ ਵਕਤ ਗੁਰੂ ਜੀ ਨੇ ਇਹ ਸ਼ਲੋਕ ਉਚਾਰਿਆ, ਗਾਛੋ ਪੁੱਤਰੀ ਰਾਜਕੁਆਰ, ਨਾਮ ਪਣੋ ਸਚ ਦੋਤ ਸਵਾਰ, ਪ੍ਰਿਓ ਸੇਵੋ ਪ੍ਰਭ ਪ੍ਰੇਮ ਆਧਾਰ, ਗੁਰ ਸ਼ਬਦੀ ਬਿਖ ਤਿਆਸ ਨਿਵਾਰ। ਭਾਵ ਬਾਣੀ ਦੇ ਸ਼ਲੋਕ ਦੁਆਰਾ ਗੁਰੂ ਜੀ ਨੇ ਉਹਨਾਂ ਦੇ ਮਨਾਂ ਅੰਦਰੋਂ ਕਾਮ ਵਾਸ਼ਨਾ ਹੀ ਮਾਰ ਦਿੱਤੀ ਤੇ ਸ਼ਾਂਤੀ ਬਖਸ਼ ਦਿੱਤੀ। ਇਹੀ ਗੁਰੂ ਨਾਨਕ ਦੇਵ ਜੀ ਦੀ ਅਧਿਕਤਾ ਤੇ ਵਿਸ਼ੇਸ਼ਤਾ ਹੀ ਹੈ। ਸ਼੍ਰੀ ਰਾਮਚੰਦਰ ਜੀ ਨੇ ਪਿਤਾ ਜੀ ਦੀ ਆਗਿਆ ਮੰਨ ਕੇ 14 ਸਾਲ ਬਨਵਾਸ ਵਿੱਚ ਬਤੀਤ ਕੀਤੇ। ਰਾਵਣ ਨੇ ਉਹਨਾਂ ਦੀ ਪਤਨੀ ਸੀਤਾ ਜੀ ਦਾ ਹਰਨ ਕੀਤਾ। ਰਾਮ ਜੀ ਨੇ ਰਾਵਣ ਨੂੰ ਯੁੱਧ ਵਿੱਚ ਮਾਰ ਕੇ ਆਪਣੀ ਪਤਨੀ ਮੁੜ ਹਾਸਲ ਕੀਤੀ। ਲੰਕਾ ਦਾ ਰਾਜ ਵਿਭੀਖਣ ਨੂੰ ਦਿੱਤਾ
ਤੇ ਆਪ ਅਯੋਧਿਆ ਵਾਪਸ ਆ ਕੇ ਰਾਜ ਕੀਤਾ। ਆਪਣਾ ਪ੍ਰਣ ਨਿਭਾਉਣ ਸੰਬੰਧੀ ਸੰਬੂਕਨਾਮੇ ਦੈਨ ਦਾ ਸਿਰ ਕੱਟ ਕੇ ਬ੍ਰਾਹਮਣ ਦਾ ਮਰਿਆ ਹੋਇਆ ਪੁੱਤਰ ਜੀਵਤ ਕੀਤਾ। ਧੋਬੀ ਦੇ ਕਹਿਣ ਉੱਤੇ ਆਪਣੀ ਪਤਨੀ ਨੂੰ ਘਰੋਂ ਬਾਹਰ ਕੱਢ ਦਿੱਤਾ। ਆਪਣੇ ਹੀ ਪੁੱਤਰਾਂ ਲਵਕੁਸ਼ ਨਾਲ ਯੁੱਧ ਕੀਤਾ। ਅਖੀਰ ਆਪਣੇ ਪੁੱਤਰਾਂ ਨੂੰ ਰਾਜ ਭਾਗ ਸੌਂਪ ਕੇ ਸਰਯੂ ਨਦੀ ਵਿੱਚ ਸਮਾ ਗਏ। ਇਹ ਰਾਮਚੰਦਰ ਜੀ ਦੇ ਕਰਤੱਵ ਹਨ। ਸ਼੍ਰੀ ਕ੍ਰਿਸ਼ਨ ਜੀ ਦੀ ਉਮਰ 1000 ਸਾਲ ਦੀ ਸੀ। ਬਚਪਨ ਵਿੱਚ ਮੱਖਣ ਚੋਰੀ ਕੀਤਾ, ਮਾਮਾ ਕੰਸ ਨੂੰ ਮਾਰ ਕੇ ਨਾਨਾ ਉਗਰਸੈਨ ਨੂੰ ਰਾਜ ਦਿੱਤਾ। ਕਈ ਵਾਰੀ ਜੰਗਾਂ 'ਚ ਭੱਜੇ, ਭੂਮਾਸਰ ਦੈਂਤ ਨੂੰ ਮਾਰ ਕੇ ਰਾਜਿਆਂ ਦੀਆਂ 16000 ਲੜਕੀਆਂ ਛੁਡਾਈਆਂ ਤੇ ਫਿਰ ਆਪ ਉਹਨਾਂ ਨਾਲ ਵਿਆਹ ਕਰਵਾਏ। ਹੋਰ ਵੀ ਰਾਸ ਲੀਲਾ ਦੇ ਅਨੇਕਾਂ ਐਸੇ ਪ੍ਰਸੰਗ ਹਨ ਜਿਨ੍ਹਾਂ ਨੂੰ ਦੱਸਣ ਤੋਂ ਮਨ ਸੰਕੋਚ ਕਰਦਾ ਹੈ। ਪਹਿਲੇ ਅਵਤਾਰੀ ਪੁਰਸ਼ਾਂ ਨੇ ਗੁਰੂਆਂ ਪਾਸੋਂ ਵਿੱਦਿਆ ਪੜ੍ਹੀ ਹੈ। ਸ਼੍ਰੀ ਰਾਮਚੰਦਰ ਜੀ ਨੇ 64 ਦਿਨ ਸ਼੍ਰੀ ਵਸ਼ਿਸ਼ਟ ਮੁਨੀ ਜੀ ਤੋਂ ਬ੍ਰਹਮ ਵਿੱਦਿਆ ਪ੍ਰਾਪਤ ਕੀਤੀ। ਵਿਸ਼ਵਾਮਿੱਤਰ ਜੀ ਤੋਂ 8 ਦਿਨ ਸ਼ਸਤਰ ਵਿੱਦਿਆ ਸਿੱਖੀ ਤੇ ਵਰ ਪ੍ਰਾਪਤ ਕੀਤੇ। ਸ਼੍ਰੀ ਕ੍ਰਿਸ਼ਨ ਜੀ ਨੇ ਦੁਰਭਾਸ਼ਾ ਰਿਸ਼ੀ ਕੋਲੋਂ 8 ਦਿਨ ਬ੍ਰਹਮ ਵਿੱਦਿਆ ਤੇ ਗੁਰੂ ਸੰਦੀਪਨ ਕੋਲੋਂ 64 ਦਿਨ ਸ਼ਸਤਰ ਵਿੱਦਿਆ ਸਿੱਖੀ। ਪਰ ਸ਼੍ਰੀ ਗੁਰੂ ਨਾਨਕ ਦੇਵ ਜੀ ਜਦੋਂ ਪਾਂਧੇ ਕੋਲ ਪੜ੍ਹਨ ਗਏ ਤਾਂ ਪਹਿਲੇ ਦਿਨ ਜੋ ਪਾਂਧੇ ਨੇ ਗੁਰੂ ਜੀ ਨੂੰ ਪਹਾੜੇ ਪੜ੍ਹਾਏ, ਉਹ ਪੜ੍ਹੇ ਤੇ ਦੂਸਰੇ ਦਿਨ ਚੁੱਪ ਬੈਠੇ ਰਹੇ ਤੇ ਪਾਂਧੇ ਦੇ ਪੜ੍ਹਨ ਲਈ ਕਹਿਣ ਤੇ ਸ਼ਬਦ ਉਚਾਰ ਕੇ ਉਪਦੇਸ਼ ਦਿੰਦੇ ਹੋਏ ਪਾਂਧੇ ਨੂੰ ਸਮਝਾਇਆ। ਇਸੇ ਪ੍ਰਕਾਰ ਪਿਤਾ ਕਾਲੂ ਜੀ ਨੇ ਜਦੋਂ ਗੁਰੂ ਜੀ ਨੂੰ ਮੌਲਵੀ ਦੇ ਪਾਸ ਫਾਰਸੀ ਪੜ੍ਹਨ ਵਾਸਤੇ ਭੇਜਿਆ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਪਹਿਲੇ ਹੀ ਦਿਨ ਸ਼ਬਦ ਉਚਾਰ ਕੇ ਮੌਲਵੀ ਨੂੰ ਨਿਹਾਲ ਕਰ ਦਿੱਤਾ। ਇਸ ਪ੍ਰਕਾਰ ਅਸੀਂ ਵੇਖਦੇ ਹਾਂ ਕਿ ਗੁਰੂ ਜੀ ਦੂਜੇ ਅਵਤਾਰਾਂ ਵਾਂਗੂ ਕਿਸੇ ਉਸਤਾਦ ਕੋਲ ਨਹੀਂ ਪੜ੍ਹੇ, ਸਗੋਂ ਉਸਤਾਦਾਂ ਨੂੰ ਗਿਆਨ ਕਰਵਾਇਆ। ਇਹ ਗੁਰੂ ਜੀ ਦੀ ਅਧਿਕਤਾ ਤੇ ਵਿਸ਼ੇਸ਼ਤਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ 70 ਸਾਲਾਂ ਦੀ ਉਮਰ ਵਿੱਚ ਅਨੇਕਾਂ ਕੌਤਕ ਪਰਉਪਕਾਰ ਹਿੱਤ ਹੀ ਕੀਤੇ ਹਨ। ਪਹਿਲੀ ਉਮਰੇ ਗੁਰੂ ਜੀ ਦਾ ਬਚਪਨ ਤਲਵੰਡੀ ਵਿੱਚ ਗੁਜ਼ਰਿਆ। ਸੱਪ ਨੇ ਛਾਂ ਕਰਨੀ, ਪਾਂਧੇ ਨੂੰ ਉਪਦੇਸ਼ ਦੇਣਾ ਤੇ ਖੇਤ ਹਰੇ ਕਰਨੇ ਆਦਿ ਇਹ ਗੁਰੂ ਜੀ ਦੇ ਅਨੇਕਾਂ ਕੌਤਕ ਹਨ। ਫਿਰ 28 ਸਾਲ ਸੁਲਤਾਨਪੁਰ ਲੋਧੀ ਆ ਕੇ ਰਹੇ। ਸ਼੍ਰੀ ਅਕਾਲ ਪੁਰਖ ਨੂੰ ਗੁਰੂ ਧਾਰ ਕੇ ਮਾਨਵਤਾ ਦੇ ਭਲੇ ਹਿੱਤ ਮੂਲ ਮੰਤਰ ਪ੍ਰਗਟ ਕੀਤਾ। ਫਿਰ 4 ਵੱਡੀਆਂ ਉਦਾਸੀਆਂ ਕਰਕੇ ਦੀਨ ਦੁਨੀਆ ਨੂੰ ਤਾਰਿਆ। ਥਾਂ ਥਾਂ ਜਾ ਕੇ ਸੱਚ ਦਾ ਗਿਆਨ ਵੰਡਿਆ। ਪੁੱਤਰਾਂ ਦਾ ਮੋਹ ਨਹੀਂ ਕੀਤਾ, ਸਗੋਂ ਅੰਤਮ ਸਮੇਂ ਗੁਰਤਾ ਗੱਦੀ ਆਪਣੇ ਸੇਵਕ ਭਾਈ ਲਹਿਣਾ ਜੀ ਨੂੰ ਬਖਸ਼ਿਸ਼ ਕੀਤੀ। ਕੌਡੇ ਰਾਖਸ਼ਸ ਨੂੰ ਤਾਰਿਆ, ਸੱਜਣ ਠੱਗ ਨੂੰ ਭਗਤ ਬਣਾਇਆ। ਕਾਰੂ ਤੇ ਬਾਬਰ ਵਰਗੇ ਜ਼ਾਲਮ ਰਾਜਿਆਂ ਦੇ ਅੰਦਰੋਂ ਜ਼ਾਲਮ ਸੁਭਾਅ ਮਾਰਿਆ ਤੇ ਉਹਨਾਂ ਨੂੰ ਗਰੀਬਾਂ ਦੇ ਹਾਮੀ ਬਣਾਇਆ। ਚਾਰੇ ਵਰਨਾਂ, ਸਾਰੇ ਮਜ਼ਹਬਾਂ ਤੇ ਹਰ ਵਰਗ ਦੇ ਲੋਕਾਂ ਨੂੰ ਸੱਚ ਦਾ ਮਾਰਗ ਦੱਸਿਆ ਤੇ ਸਾਂਝਾ ਉਪਦੇਸ਼ ਦਿੱਤਾ। ਸ਼੍ਰੀ ਰਾਮਚੰਦਰ ਜੀ ਦੀ ਉਮਰ 10,000 ਸਾਲ ਦੀ ਸੀ। ਸ਼੍ਰੀ ਕ੍ਰਿਸ਼ਨ ਜੀ ਦੀ ਉਮਰ 1000 ਸਾਲ ਦੀ ਸੀ। ਇੰਨੀਆਂ ਲੰਮੀਆਂ ਉਮਰਾਂ ਵਿੱਚ ਇਹਨਾਂ ਦੇ ਕਰਤੱਵ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ 70 ਸਾਲ ਦੀ ਉਮਰ ਵਿੱਚ ਬਹੁਤ ਜ਼ਿਆਦਾ ਸਫ਼ਰ ਕਰਕੇ ਦੁਨੀਆ ਨੂੰ ਗਿਆਨ ਦਾ ਮਾਰਗ ਦੱਸਿਆ। ਪਹਿਲੇ ਅਵਤਾਰ ਆਪਣੇ ਦੇਸ਼ ਦੀ ਸੀਮਾ ਤੋਂ ਬਾਹਰ ਨਹੀਂ ਸੀ ਗਏ। ਸ਼੍ਰੀ ਰਾਮਚੰਦਰ ਜੀ ਸਿਰਫ ਲੰਕਾ ਤੱਕ ਗਏ ਸਨ, ਜਦੋਂ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਲੰਕਾ, ਬਰਮਾ, ਚੀਨ, ਨੇਪਾਲ, ਤਿੱਬਤ, ਭੂਟਾਨ, ਜਾਪਾਨ, ਮਿਸਰ, ਅਰਬ, ਈਰਾਨ, ਅਫਗਾਨਿਸਤਾਨ, ਤੁਰਕਿਸਤਾਨ ਤੇ ਹੋਰ ਅਨੇਕਾਂ ਦੇਸ਼ਾਂ ਵਿੱਚ ਗਏ ਤੇ ਜਾ ਕੇ ਦੀਨ ਦੁਨੀਆ ਨੂੰ ਗਿਆਨ ਦੀ ਦਾਤ ਵੰਡੀ ਤੇ ਭੁੱਲੇ ਹੋਏ ਲੋਕਾਂ ਨੂੰ ਸਿੱਧੇ ਰਾਹ ਪਾਇਆ। ਇਹਨਾਂ ਕਾਰਨਾਂ ਕਰਕੇ ਹੀ ਸਤਿਗੁਰੂ ਜੀ ਦੀ ਈਸਾ ਮਸੀਹ, ਹਜ਼ਰਤ ਮੁਹੰਮਦ ਸਾਹਿਬ, ਮਹਾਤਮਾ ਬੁੱਧ, ਭਗਵਾਨ ਮਹਾਵੀਰ ਜੀ ਵਰਗੇ ਅਵਤਾਰੀ ਪੁਰਸ਼ਾਂ ਨਾਲੋਂ ਵੀ ਅਧਿਕ ਵਿਸ਼ੇਸ਼ਤਾ ਨਜ਼ਰ ਆਉਂਦੀ ਹੈ। ਇਸੇ ਕਰਕੇ ਸਤਿਗੁਰੂ ਜੀ ਨੂੰ ਸਭ ਤੋਂ ਵੱਡਾ ਕਿਹਾ ਹੈ। ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ। ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਵੇਈ ਨਦੀ ਪ੍ਰਵੇਸ਼ ਕਰਕੇ ਸੱਚਖੰਡ ਵਿੱਚ ਪਹੁੰਚੇ ਸੀ ਤਾਂ ਅਕਾਲ ਪੁਰਖ ਨੇ ਕਿਹਾ ਕਿ ਹੇ ਗੁਰੂ ਨਾਨਕ ਦੇਵ ਜੀ, ਮੈਂ ਪਾਰ ਬ੍ਰਹਮ ਪਰਮੇਸ਼ਰ ਹਾਂ ਤੇ ਤੁਸੀਂ ਗੁਰ ਪਰਮੇਸ਼ਰ ਹੋ। ਸਾਡੇ ਤੇ ਤੁਹਾਡੇ ਵਿੱਚ ਕੋਈ ਭੇਦ ਨਹੀਂ ਹੈ। ਜਿਸ ਤਰ੍ਹਾਂ ਕਿ ਗੁਰਬਾਣੀ ਵਿੱਚ ਫਰਮਾਨ ਆਉਂਦਾ ਹੈ, ਗੁਰ ਪਰਮੇਸ਼ਰ ਏਕ ਹੈ, ਸਭ ਮੈਂ ਰਹਿਆ ਸਮਾਏ, ਸਤਿਗੁਰ ਪਰਮੇਸ਼ਰ ਮੇਰਾ। ਸੋ ਇਹਨਾਂ ਪ੍ਰਮਾਣਾਂ ਤੋਂ ਸਿੱਧ ਹੋ ਜਾਂਦਾ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਪੂਰਨ ਤੇ ਸੁਤੰਤਰ ਅਵਤਾਰ ਹਨ, ਜੋ ਧਰਤੀ ਉੱਪਰ ਛਾਈ ਹੋਈ ਅਗਿਆਨਤਾ ਦੀ ਧੁੰਦ
ਤੇ ਝੂਠ, ਕਪਟ, ਪਾਪ, ਪਖੰਡ ਦੇ ਬਦਲਾਂ ਨੂੰ ਦੂਰ ਕਰਨ ਲਈ ਸੂਰਜ ਰੂਪ ਹੋ ਕੇ ਪ੍ਰਗਟ ਹੋਏ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।